ਓਮ ਸ਼ਾਂਤੀ। ਅੱਜ ਸੁਣਦੇ ਹਾਂ 21 ਤਰੀਕ ਦੇ ਬਾਬਾ ਦੇ ਸਾਕਾਰਮਾ ਵਾਕਿਆ। ਬਾਬਾ ਬੋਲੇ, ਮਿੱਠੇ ਬੱਚੇ ਜੀ ਬਾਬਾ, ਰੋਜ਼ ਰਾਤ ਨੂੰ ਆਪਣਾ ਪੋਤਾ ਮੇਲ ਕੱਢੋ, ਡਾਇਰੀ ਰੱਖੋ ਤਾਂ ਡਰ ਰਹੇਗਾ ਕਿ ਕਿਧਰੇ ਘਾਟਾ ਨਾ ਪੈ ਜਾਵੇ। ਪ੍ਰਸ਼ਨ ਹੈ, ਕਲਪ ਪਹਿਲੇ ਵਾਲੇ ਭਾਗਿਆਸ਼ਾਲੀ ਬੱਚਿਆਂ ਨੂੰ ਬਾਪ ਦੀ ਕਿਹੜੀ ਗੱਲ ਫੌਰਨ ਟੱਚ ਹੋਵੇਗੀ? ਉੱਤਰ, ਬਾਪ ਰੋਜ਼-ਰੋਜ਼ ਬੱਚਿਆਂ ਨੂੰ ਯਾਦ ਦੀਆਂ ਯੁਕਤੀਆਂ ਦੱਸਦੇ ਨੇ। ਉਹ ਭਾਗਿਆਸ਼ਾਲੀ ਬੱਚਿਆਂ ਨੂੰ ਹੀ ਟੱਚ ਹੁੰਦੀਆਂ ਰਹਿਣਗੀਆਂ। ਉਹ ਉਹਨਾਂ ਨੂੰ ਫੌਰਨ ਅਮਲ ਵਿੱਚ ਲਿਆਉਣਗੇ। ਬਾਪ ਕਹਿੰਦੇ ਨੇ, ਬੱਚੇ ਕੁਝ ਸਮੇਂ ਇਕਾਂਤ ਵਿੱਚ ਬਗੀਚੇ ਵਿੱਚ ਬੈਠੋ, ਬਾਬਾ ਨਾਲ ਮਿੱਠੀਆਂ-ਮਿੱਠੀਆਂ ਗੱਲਾਂ ਕਰੋ, ਆਪਣਾ ਚਾਰਟ ਰੱਖੋ ਤਾਂ ਉੱਨਤੀ ਹੁੰਦੀ ਰਹੇਗੀ। ਓਮ ਸ਼ਾਂਤੀ। ਮਿਲਟਰੀ ਨੂੰ ਪਹਿਲੇ ਸਾਵਧਾਨ ਕੀਤਾ ਜਾਂਦਾ ਹੈ। ਅਟੈਂਸ਼ਨ ਪਲੀਜ਼। ਬਾਪ ਵੀ ਬੱਚਿਆਂ ਨੂੰ ਕਹਿੰਦੇ ਨੇ, ਬੱਚੇ ਆਪਣੇ ਆਪ ਨੂੰ ਆਤਮਾ ਨਿਸ਼ਚੈ ਕਰ। ਬਾਪ ਨੂੰ ਯਾਦ ਕਰਦੇ ਹੋ? ਬੱਚਿਆਂ ਨੂੰ ਸਮਝਾਇਆ ਜਾਂਦਾ ਹੈ, ਇਹ ਗਿਆਨ ਬਾਪ ਇਸ ਸਮੇਂ ਹੀ ਦੇ ਸਕਦੇ ਨੇ। ਬਾਪ ਹੀ ਪੜ੍ਹਾਉਂਦੇ ਨੇ। ਭਗਵਾਨੋਂ ਬਾਚ ਹੈ ਨਾ। ਮੂਲ ਗੱਲ ਹੋ ਜਾਂਦੀ ਹੈ ਕਿ ਭਗਵਾਨ ਕੌਣ ਹੈ, ਕੌਣ ਪੜ੍ਹਾਉਂਦੇ ਨੇ। ਇਹ ਗੱਲਾਂ ਪਹਿਲੇ ਸਮਝਣੀਆਂ, ਫਿਰ ਨਿਸ਼ਚੈ ਕਰਨ ਦੀ ਹੁੰਦੀ ਹੈ। ਫਿਰ ਅਤੀ ਇੰਦਰੀਏ ਸੁੱਖ ਵਿੱਚ ਵੀ ਰਹਿਣਾ ਹੈ। ਆਤਮਾ ਨੂੰ ਬਹੁਤ ਖੁਸ਼ੀ ਹੋਣੀ ਚਾਹੀਦੀ ਹੈ ਕਿ ਸਾਨੂੰ ਬੇਹੱਦ ਦਾ ਬਾਪ ਮਿਲਿਆ ਹੈ। ਬਾਪ ਇੱਕ ਵਾਰ ਆ ਕੇ ਮਿਲਦੇ ਨੇ ਵਰਸਾ ਦੇਣ ਦੇ ਲਈ। ਕਿਸ ਦਾ ਵਰਸਾ? ਵਿਸ਼ਵ ਦੀ ਬਾਦਸ਼ਾਹੀ ਦਾ ਵਰਸਾ ਦਿੰਦੇ ਨੇ, 5000 ਵਰੇ ਪਹਿਲੇ ਦੀ ਤਰ੍ਹਾਂ। ਇਹ ਤਾਂ ਪੱਕਾ ਨਿਸ਼ਚੈ ਹੈ ਕਿ ਬਾਪ ਆਇਆ ਹੋਇਆ ਹੈ। ਫਿਰ ਤੋਂ ਸਹਿਜ ਰਾਜਯੋਗ ਸਿਖਾਉਣਾ ਪੈਂਦਾ ਹੈ। ਬੱਚੇ ਨੂੰ ਕਦੇ ਸਿਖਾਇਆ ਨਹੀਂ ਜਾਂਦਾ, ਆਪੇ ਹੀ ਮੂੰਹ ਤੋਂ ਮੰਮਾ ਬਾਬਾ ਨਿਕਾਲਦਾ ਰਹੇਗਾ, ਕਿਉਂਕਿ ਅੱਖਰ ਸੁਣਦਾ ਤਾਂ ਰਹਿੰਦਾ ਹੈ ਨਾ। ਇਹ ਹੈ ਰੂਹਾਨੀ ਬਾਪ। ਆਤਮਾ ਨੂੰ ਆਂਤਰਿਕ ਗੁਪਤ ਨਸ਼ਾ ਰਹਿੰਦਾ ਹੈ। ਆਤਮਾ ਨੂੰ ਹੀ ਪੜ੍ਹਨਾ ਹੈ। ਪਰਮ ਪਿਤਾ ਪਰਮਾਤਮਾ ਤਾਂ ਨੌਲੇਜਫੁਲ ਹੈ ਹੀ। ਉਹ ਕੋਈ ਪੜ੍ਹਿਆ ਨਹੀਂ ਹੈ, ਉਹਨਾਂ ਵਿੱਚ ਨੌਲੇਜ ਹੈ ਹੀ। ਕਿਸ ਚੀਜ਼ ਦੀ ਨੌਲੇਜ ਹੈ, ਇਹ ਵੀ ਤੁਹਾਡੀ ਆਤਮਾ ਸਮਝਦੀ ਹੈ। ਬਾਬਾ ਵਿੱਚ ਸਾਰੀ ਸ੍ਰਿਸ਼ਟੀ ਦੇ ਆਦਮਤ ਅੰਤ ਦੀ ਨੌਲੇਜ ਹੈ। ਕਿਵੇਂ ਇੱਕ ਧਰਮ ਦੀ ਸਥਾਪਨਾ ਤੇ ਕਈ ਧਰਮਾਂ ਦਾ ਵਿਨਾਸ਼ ਹੁੰਦਾ ਹੈ, ਇਹ ਸਭ ਜਾਣਦੇ ਨੇ। ਇਸ ਲਈ ਉਹਨਾਂ ਨੂੰ ਜਾਨੀ ਜਾਣਨਹਾਰ ਕਹਿ ਦਿੰਦੇ ਨੇ। ਜਾਨੀ ਜਾਣਨਹਾਰ ਦਾ ਅਰਥ ਕੀ ਹੈ, ਇਹ ਕੋਈ ਬਿਲਕੁਲ ਵੀ ਜਾਣਦੇ ਨਹੀਂ। ਹੁਣ ਤੁਸੀਂ ਬੱਚਿਆਂ ਨੂੰ ਬਾਪ ਨੇ ਸਮਝਾਇਆ ਹੈ। ਇਹ ਸਲੋਗਨ ਜ਼ਰੂਰ ਲਗਾਓ ਕਿ ਮਨੁੱਖ ਹੋਕਰ ਜੇਕਰ ਕ੍ਰੀਏਟਰ ਤੇ ਰਚਨਾ ਦੇ ਆਦਿ ਮੱਧ ਅੰਤ ਡਿਊਰੇਸ਼ਨ ਨੂੰ ਰੈਪੀਟੇਸ਼ਨ ਨੂੰ ਨਹੀਂ ਜਾਣਿਆ ਤਾਂ ਕੀ ਕਿਹਾ ਜਾਵੇ? ਇਹ ਰੈਪੀਟੇਸ਼ਨ ਅੱਖਰ ਵੀ ਬਹੁਤ ਜ਼ਰੂਰੀ ਹੈ। ਕਰੈਕਸ਼ਨ ਤਾਂ ਹੁੰਦੀ ਰਹਿੰਦੀ ਹੈ ਨਾ। ਗੀਤਾ ਦਾ ਭਗਵਾਨ ਕੌਣ? ਇਹ ਚਿੱਤਰ ਬੜਾ ਫਸਟ ਕਲਾਸ ਹੈ। ਸਾਰੇ ਵਰਡ ਵਿੱਚ ਇਹ ਹੈ। ਸਭ ਤੋਂ ਨੰਬਰ 1 ਭੁੱਲ ਪਰਮ ਪਿਤਾ ਪਰਮਾਤਮਾ ਨੂੰ ਨਾ ਜਾਣਨ ਦੇ ਕਾਰਨ ਫਿਰ ਕਹਿ ਦਿੰਦੇ ਸਭ ਭਗਵਾਨ ਦੇ ਰੂਪ ਨੇ। ਜਿਵੇਂ ਛੋਟੇ ਬੱਚੇ ਤੋਂ ਪੁੱਛਿਆ ਜਾਂਦਾ ਹੈ, ਤੁਸੀਂ ਕਿਸ ਦਾ ਬੱਚਾ ਹੋ? ਕਹਿਣਗੇ ਫਲਾਣੇ ਦਾ। ਫਲਾਣਾ ਕਿੰਦਾ ਬੱਚਾ? ਫਲਾਣੇ ਦਾ। ਫਿਰ ਕਹਿਣ ਦੇਣਗੇ ਸਾਡਾ ਬੱਚਾ। ਐਵੇਂ ਉਹ ਵੀ ਭਗਵਾਨ ਨੂੰ ਜਾਣਦੇ ਨਹੀਂ। ਕਹਿ ਦਿੰਦੇ ਅਸੀਂ ਭਗਵਾਨ ਹਾਂ, ਐਨੀ ਪੂਜਾ ਵੀ ਕਰਦੇ ਪਰ ਸਮਝਦੇ ਨਹੀਂ। ਗਾਇਆ ਜਾਂਦਾ ਹੈ ਬ੍ਰਹਮਾ ਦੀ ਰਾਤ, ਤਾਂ ਜ਼ਰੂਰ ਬ੍ਰਾਹਮਣ ਬ੍ਰਾਹਮਣੀਆਂ ਦੀ ਵੀ ਰਾਤ ਹੋਵੇਗੀ ਨਾ। ਇਹ ਸਭ ਧਾਰਨ ਕਰਨ ਦੀਆਂ ਗੱਲਾਂ ਨੇ। ਇਹ ਧਾਰਨਾ ਉਹਨਾਂ ਨੂੰ ਹੋਵੇਗੀ ਜੋ ਯੋਗ ਵਿੱਚ ਰਹਿੰਦੇ ਨੇ। ਯਾਦ ਨੂੰ ਹੀ ਬਲ ਕਿਹਾ ਜਾਂਦਾ ਹੈ। ਗਿਆਨਤਾ ਹੈ ਸੋਰਸ ਆਫ ਇਨਕਮ। ਯਾਦ ਨਾਲ ਸ਼ਕਤੀ ਮਿਲਦੀ ਹੈ, ਜਿਸ ਤੋਂ ਵਿਕਰਮ ਵਿਨਾਸ਼ ਹੁੰਦੇ ਨੇ। ਤੁਹਾਨੂੰ ਬੁੱਧੀ ਦਾ ਯੋਗ ਬਾਪ ਨਾਲ ਲਗਾਉਣਾ ਹੈ। ਇਹ ਗਿਆਨ ਬਾਪ ਹੁਣ ਦਿੰਦੇ ਨੇ, ਫਿਰ ਕਦੇ ਮਿਲਦਾ ਨਹੀਂ ਸਿਵਾਏ ਬਾਪ ਦੇ। ਕੋਈ ਦੇ ਨਾ ਸਕੇ। ਬਾਕੀ ਸਭ ਨੇ ਭਗਤੀ ਮਾਰਗ ਦੇ ਸ਼ਾਸਤਰ, ਕਰਮ ਕਾਂਡ ਦੀਆਂ ਕਿਰਿਆਵਾਂ, ਉਹਨਾਂ ਨੂੰ ਗਿਆਨ ਨਹੀਂ ਕਹਾਂਗੇ। ਸਪਿਰਿਚੁਅਲ ਨੌਲੇਜ ਇੱਕ ਬਾਪ ਦੇ ਕੋਲ ਹੈ। ਉਹੀ ਬ੍ਰਾਹਮਣਾਂ ਨੂੰ ਦਿੰਦੇ ਨੇ। ਹੋਰ ਕੋਈਆਂ ਕੋਲ ਸਪਿਰਿਚੁਅਲ ਨੌਲੇਜ ਹੁੰਦੀ ਨਹੀਂ। ਦੁਨੀਆ ਵਿੱਚ ਕਿੰਨੇ ਧਰਮ, ਮੱਠ, ਪੰਥ ਆਦਿ ਨੇ। ਕਿੰਨੀਆਂ ਮੱਤਾਂ ਨੇ। ਬੱਚਿਆਂ ਨੂੰ ਸਮਝਾਉਣ ਵਿੱਚ ਕਿੰਨੀ ਮਿਹਨਤ ਹੁੰਦੀ ਹੈ। ਕਿੰਨੇ ਤੂਫਾਨ ਆਉਂਦੇ ਨੇ। ਗਾਉਂਦੇ ਵੀ ਨੇ, ਨਈਆ ਮੇਰੀ ਪਾਰ ਲਗਾਓ। ਸਭ ਦੀ ਨਈਆ ਤਾਂ ਪਾਰ ਵੀ ਨਹੀਂ ਜਾ ਸਕਦੀ। ਕੋਈ ਡੁੱਬ ਵੀ ਜਾਏਗੀ, ਕੋਈ ਖੜੀ ਹੋ ਜਾਵੇਗੀ।
2-3 ਵਰੇ ਹੋ ਜਾਂਦੇ ਨੇ। ਕਈਆਂ ਦਾ ਪਤਾ ਹੀ ਨਹੀਂ, ਕੋਈ ਤਾਂ ਪੁਰਜਾ ਹੋ ਜਾਂਦੇ ਨੇ, ਕੋਈ ਉੱਥੇ ਹੀ ਖੜੇ ਹੋ ਜਾਂਦੇ ਨੇ। ਇਸ ਵਿੱਚ ਮਿਹਨਤ ਬਹੁਤ ਹੈ। ਆਰਟੀਫਿਸ਼ੀਅਲ ਯੋਗ ਵੀ ਤਾਂ ਕਿੰਨੇ ਨਿਕਲੇ ਹੋਏ ਨੇ, ਕਿੰਨੇ ਯੋਗ ਆਸ਼ਰਮ ਨੇ। ਰੂਹਾਨੀ ਯੋਗ ਆਸ਼ਰਮ ਕੋਈ ਹੋ ਨਾ ਸਕੇ। ਬਾਪ ਆ ਕੇ ਰੂਹਾਂ ਨੂੰ ਰੂਹਾਨੀ ਯੋਗ ਸਿਖਾਉਂਦੇ ਨੇ। ਬਾਪ ਕਹਿੰਦੇ ਨੇ ਇਹ ਤਾਂ ਬੜਾ ਸਹਿਜ ਯੋਗ ਹੈ। ਇਸ ਵਰਗਾ ਸਹਿਜ ਕੁਝ ਵੀ ਹੈ ਨਹੀਂ। ਆਤਮਾ ਹੀ ਸਰੀਰ ਵਿੱਚ ਆ ਕੇ ਪਾਠ ਵਜਾਉਂਦੀ ਹੈ। 84 ਜਨਮ ਮੈਕਸਿਮਮ ਨੇ, ਬਾਕੀ ਤਾਂ ਘੱਟ ਹੁੰਦੇ ਜਾਣਗੇ। ਇਹ ਗੱਲਾਂ ਤੁਸੀਂ ਬੱਚਿਆਂ ਵਿੱਚੋਂ ਵੀ ਕਿਸੇ ਦੀ ਬੁੱਧੀ ਵਿੱਚ ਨੇ। ਬੁੱਧੀ ਵਿੱਚ ਧਾਰਨਾ ਬੜੀ ਮੁਸ਼ਕਿਲ ਹੁੰਦੀ ਹੈ। ਪਹਿਲੀ ਗੱਲ ਬਾਪ ਸਮਝਾਉਂਦੇ ਨੇ, ਕਿਤੇ ਵੀ ਜਾਂਦੇ ਹੋ ਪਹਿਲੇ ਬਾਪ ਦਾ ਪਰਿਚੈ ਦਿਓ। ਬਾਪ ਦਾ ਪਰਿਚੈ ਕਿਵੇਂ ਦੇਈਏ? ਇਸ ਦੇ ਲਈ ਯੁਕਤੀ ਰਚੀ ਜਾਂਦੀ ਹੈ। ਉਹ ਜਦੋਂ ਨਿਸ਼ਚੈ ਹੋਵੇ ਉਦੋਂ ਸਮਝਣ ਕਿ ਬਾਪ ਤਾਂ ਸੱਤ ਹੈ। ਜ਼ਰੂਰ ਬਾਪ ਸੱਚਾ, ਗੱਲਾਂ ਵੀ ਸੱਚੀਆਂ ਦੱਸਣਗੇ। ਇਸ ਵਿੱਚ ਸੰਸ਼ੈ ਨਹੀਂ ਆਉਣਾ ਚਾਹੀਦਾ। ਯਾਦ ਵਿੱਚ ਮਿਹਨਤ ਬਹੁਤ ਹੈ। ਇਸ ਵਿੱਚ ਮਾਇਆ ਓਪੋਜੀਸ਼ਨ ਕਰਦੀ ਹੈ, ਘੜੀ ਯਾਦ ਭੁਲਾ ਦਿੰਦੀ ਹੈ। ਇਸ ਲਈ ਬਾਬਾ ਕਹਿਣ, ਬੱਚੇ ਆਪਣਾ ਚਾਰਟ ਰੱਖੋ। ਬਾਬਾ ਵੀ ਵੇਖਣ ਕੌਣ ਕਿੰਨਾ ਸਮੇਂ ਯਾਦ ਕਰਦੇ ਨੇ। 1/4% ਵੀ ਚਾਰਟ ਨਹੀਂ ਰੱਖਦੇ। ਕੋਈ ਕਹਿੰਦੇ ਨੇ ਮੈਂ ਤਾਂ ਸਾਰਾ ਦਿਨ ਹੀ ਯਾਦ ਵਿੱਚ ਰਹਿੰਦਾ ਹਾਂ। ਬਾਬਾ ਕਹਿਣ ਇਹ ਤਾਂ ਬੜਾ ਮੁਸ਼ਕਿਲ ਹੈ। ਸਾਰਾ ਦਿਨ ਰਾਤ ਤਾਂ ਬੰਧੇਲੀਆਂ ਜੋ ਮਾਰ ਖਾਂਦੀਆਂ ਰਹਿੰਦੀਆਂ ਨੇ, ਉਹ ਯਾਦ ਵਿੱਚ ਰਹਿੰਦੀਆਂ ਹੋਣਗੀਆਂ। ਸ਼ਿਵ ਬਾਬਾ ਕਦੋਂ ਅਸੀਂ ਇਹਨਾਂ ਸੰਬੰਧੀਆਂ ਤੋਂ ਛੁੱਟ ਜਾਵਾਂਗੇ? ਆਤਮਾ ਪੁਕਾਰਦੀ ਹੈ, ਬਾਬਾ ਅਸੀਂ ਬੰਧਨ ਤੋਂ ਕਿਵੇਂ ਛੁੱਟੀਏ? ਜੇ ਕੋਈ ਬਹੁਤ ਯਾਦ ਵਿੱਚ ਰਹਿੰਦੇ ਨੇ ਤਾਂ ਬਾਬਾ ਨੂੰ ਚਾਰਟ ਭੇਜੋ, ਡਾਇਰੈਕਸ਼ਨ ਮਿਲਦੇ ਨੇ। ਰੋਜ਼ ਰਾਤ ਨੂੰ ਆਪਣਾ ਪੋਤਾ ਮੇਲ ਕੱਢੋ, ਡਾਇਰੀ ਰੱਖੋ। ਡਾਇਰੀ ਰੱਖਣ ਨਾਲ ਡਰ ਰਹੇਗਾ, ਸਾਡਾ ਘਾਟਾ ਨਾ ਨਿਕਲ ਆਵੇ। ਬਾਬਾ ਵੇਖਣਗੇ ਤਾਂ ਕੀ ਕਹਿਣਗੇ ਕਿ ਇੰਨਾ ਮੋਸਟ ਬਿਲਵਡ ਬਾਬਾ, ਉਹਨਾਂ ਨੂੰ ਇੰਨਾ ਹੀ ਸਮੇਂ ਯਾਦ ਕਰਦੇ ਹਾਂ। ਲੌਕਿਕ ਬਾਪ ਨੂੰ, ਇਸਤਰੀ ਨੂੰ ਤੁਸੀਂ ਯਾਦ ਕਰਦੇ ਹੋ ਨਾ, ਔਰ ਮੈਨੂੰ ਇੰਨਾ ਥੋੜਾ ਵੀ ਯਾਦ ਨਹੀਂ ਕਰਦੇ ਹੋ। ਚਾਰਟ ਲਿਖੋਗੇ ਤਾਂ ਆਪੇ ਹੀ ਸ਼ਰਮ ਆਏਗੀ। ਇਸ ਹਾਲਤ ਵਿੱਚ ਮੈਂ ਪਦਵੀ ਨਹੀਂ ਪਾ ਸਕਾਂਗਾ। ਇਸ ਲਈ ਬਾਬਾ ਚਾਰਟ ਤੇ ਜ਼ੋਰ ਦੇ ਰਹੇ ਨੇ। ਬਾਪ ਨੂੰ ਤੇ 84 ਦੇ ਚੱਕਰ ਨੂੰ ਯਾਦ ਕਰਨਾ ਹੈ, ਤਾਂ ਹੀ ਫਿਰ ਚੱਕਰਵਰਤੀ ਰਾਜਾ ਬਣ ਜਾਓਗੇ। ਆਪ ਸਮਾਨ ਬਣਾਓਗੇ ਤਾਂ ਹੀ ਤਾਂ ਪ੍ਰਜਾ ਤੇ ਰਾਜ ਕਰੋਗੇ। ਇਹ ਹੈ ਹੀ ਰਾਜ ਯੋਗ। ਨਰ ਤੋਂ ਨਾਰਾਇਣ ਬਣਨ ਦਾ ਏਮ ਆਬਜੈਕਟ ਇਹੀ ਹੈ। ਜਿਵੇਂ ਆਤਮਾ ਨੂੰ ਵੇਖਿਆ ਨਹੀਂ ਜਾਂਦਾ, ਸਮਝਿਆ ਜਾਂਦਾ ਹੈ। ਇਹਨਾਂ ਵਿੱਚ ਆਤਮਾ ਹੈ, ਇਹ ਵੀ ਸਮਝਿਆ ਜਾਂਦਾ ਹੈ। ਇਹਨਾਂ ਲక్ష్ਮੀ ਨਾਰਾਇਣ ਦੀ ਜ਼ਰੂਰ ਰਾਜਧਾਨੀ ਹੋਵੇਗੀ। ਇਹਨਾਂ ਨੇ ਸਭ ਤੋਂ ਜ਼ਿਆਦਾ ਮਿਹਨਤ ਕੀਤੀ ਤਾਂ ਹੀ ਸਕਾਲਰਸ਼ਿਪ ਪਾਈ ਹੈ। ਜ਼ਰੂਰ ਇਹਨਾਂ ਦੀ ਵੀ ਬਹੁਤ ਪ੍ਰਜਾ ਹੋਵੇਗੀ। ਉੱਚ ਤੇ ਉੱਚ ਪਦ ਪਾਇਆ ਹੈ। ਜ਼ਰੂਰ ਬਹੁਤ ਯੋਗ ਲਗਾਇਆ ਤਾਂ ਹੀ ਤਾਂ 5ਵੀਂ ਡੋਨਰ ਹੋਏ। ਇਹ ਵੀ ਕਾਰਨ ਕੱਢਣਾ ਚਾਹੀਦਾ ਹੈ ਕਿ ਸਾਡਾ ਯੋਗ ਕਿਉਂ ਨਹੀਂ ਲੱਗਦਾ। ਧੰਦੇ ਆਦਿ ਦੇ ਝੰਜਟ ਵਿੱਚ ਬਹੁਤ ਬੁੱਧੀ ਚਲੀ ਜਾਂਦੀ ਹੈ। ਉਹਨਾਂ ਤੋਂ ਟਾਈਮ ਕੱਢ ਇਸ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ। ਕੁਝ ਟਾਈਮ ਕੱਢ ਕੇ ਬਗੀਚੇ ਵਿੱਚ ਜਾ ਕੇ ਇਕਾਂਤ ਵਿੱਚ ਬੈਠਣਾ ਚਾਹੀਦਾ ਹੈ। ਫੀਮੇਲ ਤਾਂ ਜਾ ਨਾ ਸਕਣ, ਉਹਨਾਂ ਨੂੰ ਘਰ ਵੀ ਤਾਂ ਸੰਭਾਲਣਾ ਹੈ ਨਾ। ਪੁਰਸ਼ਾਂ ਨੂੰ ਸਹਿਜ ਹੈ, ਕਲਪ ਪਹਿਲੇ ਵਾਲੇ ਜੋ ਭਾਗਸ਼ਾਲੀ ਹੋਣਗੇ ਉਹਨਾਂ ਨੂੰ ਹੀ ਇਹ ਟੱਚ ਹੋਵੇਗਾ। ਪੜ੍ਹਾਈ ਤਾਂ ਬਹੁਤ ਚੰਗੀ ਹੈ, ਬਾਕੀ ਹਰ ਇੱਕ ਦੀ ਬੁੱਧੀ ਆਪਣੀ ਹੁੰਦੀ ਹੈ। ਕਿਵੇਂ ਵੀ ਕਰਕੇ ਬਾਪ ਤੋਂ ਵਰਸਾ ਲੈਣਾ ਹੈ। ਬਾਪ ਡਾਇਰੈਕਸ਼ਨ ਸਭ ਦਿੰਦੇ ਨੇ, ਕਰਨਾ ਤਾਂ ਬੱਚਿਆਂ ਨੂੰ ਹੀ ਹੈ ਨਾ। ਬਾਬਾ ਡਾਇਰੈਕਸ਼ਨ ਦੇਣਗੇ ਜਨਰਲ, ਇੱਕ ਪਰਸਨਲ ਵੀ ਆ ਕੇ ਪੁੱਛੇ ਤਾਂ ਰਾਏ ਦੇ ਸਕਦੇ ਹੋ। ਤੀਰਥਾਂ ਤੇ ਵੱਡੇ ਪਹਾੜਾਂ ਤੇ ਜਾਂਦੇ ਨੇ, ਪੰਡੇ ਲੋਕ ਸਾਵਧਾਨ ਕਰਦੇ ਰਹਿੰਦੇ ਨੇ, ਬਹੁਤ ਮੁਸ਼ਕਿਲਾਤ ਨਾਲ ਜਾਂਦੇ ਨੇ। ਤੁਸੀਂ ਬੱਚਿਆਂ ਨੂੰ ਤਾਂ ਬਹੁਤ ਸਹਿਜ ਬਾਬਾ ਯੁਕਤੀ ਦੱਸਦੇ ਨੇ। ਬਾਪ ਨੂੰ ਯਾਦ ਕਰਨਾ ਹੈ, ਸਰੀਰ ਦਾ ਭਾਨ ਖਤਮ ਕਰਨਾ ਹੈ, ਕਿਉਂਕਿ ਬਾਬਾ ਕਹਿਣ ਸਿਰਫ ਮੈਨੂੰ ਯਾਦ ਕਰੋ। ਬਾਪ ਆ ਕੇ ਨੌਲੇਜ ਦੇ ਕੇ ਚਲੇ ਜਾਂਦੇ ਨੇ। ਆਤਮਾ ਜਿਹਾ ਤੀਖਾ ਰਾਕਟ ਹੋਰ ਕੋਈ ਹੋ ਨਹੀਂ ਸਕਦਾ। ਉਹ ਲੋਕ ਮੂਨ ਆਦਿ ਵੱਲ ਜਾਣ ਵਿੱਚ ਕਿੰਨਾ ਟਾਈਮ ਵੇਸਟ ਕਰਦੇ ਨੇ। ਇਹ ਵੀ ਡਰਾਮਾ ਵਿੱਚ ਨੂੰਦ ਹੈ। ਇਹ ਸਾਇੰਸ ਦਾ ਹੁਨਰ ਵੀ ਵਿਨਾਸ਼ ਵਿੱਚ ਮਦਦ ਕਰਦਾ ਹੈ। ਉਹ ਹੈ ਸਾਇੰਸ, ਤੁਹਾਡੀ ਹੈ ਸਾਇਲੈਂਸ। ਆਪਣੇ ਆਪ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰਨਾ ਹੈ।
ਇਹ ਹੈ ਡੈਡ ਸਾਇਲੈਂਸ। ਮੈਂ ਆਤਮਾ ਸਰੀਰ ਤੋਂ ਵੱਖ ਹਾਂ। ਇਹ ਸਰੀਰ ਪੁਰਾਣੀ ਜੁੱਤੀ ਹੈ। ਸੱਪ ਕਛੂਏ ਦਾ ਮਿਸਾਲ ਵੀ ਤੁਹਾਡੇ ਲਈ ਹੈ। ਤੁਸੀਂ ਹੀ ਕੀੜੇ ਵਾਂਗ ਮਨੁੱਖਾਂ ਨੂੰ ਭੂ-ਭੂ ਕਰਕੇ ਮਨੁੱਖ ਤੋਂ ਦੇਵਤਾ ਬਣਾਉਂਦੇ ਹੋ। ਵਿਸ਼ੇ ਸਾਗਰ ਤੋਂ ਖੀਰ ਸਾਗਰ ਵਿੱਚ ਲਿਜਾਣਾ ਤੁਹਾਡਾ ਹੀ ਕੰਮ ਹੈ। ਸੰਨਿਆਸੀਆਂ ਨੇ ਇਹ ਯੱਗ ਤਪ ਆਦਿ ਕੁਝ ਵੀ ਕਰਨਾ ਨਹੀਂ ਹੈ। ਭਗਤੀ ਤੇ ਗਿਆਨ ਹੈ ਹੀ। ਗ੍ਰਸਤੀਆਂ ਦੇ ਲਈ ਉਹਨਾਂ ਨੂੰ ਤਾਂ ਸਤਜੁਗ ਵਿੱਚ ਆਉਣਾ ਹੀ ਨਹੀਂ ਹੈ। ਉਹ ਕੀ ਜਾਣਨ ਇਹਨਾਂ ਗੱਲਾਂ ਨੂੰ। ਇਹ ਵੀ ਡਰਾਮਾ ਵਿੱਚ ਨੂੰਦ ਹੈ। ਇਸ ਨਿਵ੍ਰਿੱਤੀ ਮਾਰਗ ਵਾਲਿਆਂ ਦੀ, ਜਿਨ੍ਹਾਂ ਨੇ ਪੂਰੇ 84 ਜਨਮ ਲਿੱਤੇ, ਉਹੀ ਡਰਾਮਾ ਅਨੁਸਾਰ ਆਉਂਦੇ ਰਹਿਣਗੇ। ਇਹਨਾਂ ਵਿੱਚ ਵੀ ਨੰਬਰਵਾਰ ਨਿਕਲਦੇ ਰਹਿਣਗੇ। ਮਾਇਆ ਬੜੀ ਪ੍ਰਬਲ ਹੈ। ਅੱਖਾਂ ਬਹੁਤ ਕ੍ਰਿਮੀਨਲ ਨੇ। ਗਿਆਨ ਦਾ ਤੀਜਾ ਨੇਤਰ ਮਿਲਣ ਨਾਲ ਅੱਖਾਂ ਸਿਵਲ ਬੰਦੀਆਂ ਨੇ ਫਿਰਤ ਦਾ ਕਲਪ ਲਈ ਕਦੇ ਕ੍ਰਿਮੀਨਲ ਨਹੀਂ ਬਣਨਗੀਆਂ। ਇਹ ਹਨ ਬਹੁਤ ਧੋਖੇਬਾਜ਼। ਤੁਸੀਂ ਜਿੰਨਾ ਬਾਪ ਨੂੰ ਯਾਦ ਕਰੋਗੇ ਉਹਨਾਂ ਕਰਮ ਇੰਦਰੀਆਂ ਸੀਤਲ ਹੋਣਗੀਆਂ। ਫਿਰ 84 ਜਨਮ ਕਰਮ ਇੰਦਰੀਆਂ ਨੂੰ ਚੰਚਲਤਾ ਵਿੱਚ ਆਉਣਾ ਨਹੀਂ ਹੈ। ਉੱਥੇ ਕਰਮ ਇੰਦਰੀਆਂ ਵਿੱਚ ਚੰਚਲਤਾ ਹੁੰਦੀ ਨਹੀਂ। ਸਭ ਕਰਮ ਇੰਦਰੀਆਂ ਸ਼ਾਂਤ ਸਤਗੁਣੀ ਰਹਿੰਦੀਆਂ ਨੇ। ਦੇ ਅਭਿਮਾਨ ਤੋਂ ਬਾਅਦ ਹੀ ਸਾਰੀ ਸ਼ੈਤਾਨੀ ਆਂਦੀ ਹੈ। ਬਾਪ ਤੁਹਾਨੂੰ ਦੇਹੀ ਅਭਿਮਾਨੀ ਬਣਾਉਂਦੇ ਨੇ। ਅੱਧਾ ਕਲਪ ਦੇ ਲਈ ਤੁਹਾਨੂੰ ਵਰਸਾ ਮਿਲ ਜਾਂਦਾ ਹੈ। ਐਨੀ ਜੋ ਮਿਹਨਤ ਕਰਦੇ ਨੇ ਉਹਨਾਂ ਉੱਚ ਪਦਵੀ ਪਾਓਗੇ। ਮਿਹਨਤ ਕਰਨੀ ਹੈ ਦੇਹੀ ਅਭਿਮਾਨੀ ਬਣਨ ਦੀ। ਫਿਰ ਕਰਮ ਇੰਦਰੀਆਂ ਧੋਖਾ ਨਹੀਂ ਦੇਣਗੀਆਂ। ਅੰਤ ਤੱਕ ਯੁੱਧਤਾ ਚਲਦੀ ਰਹੇਗੀ। ਜਦੋਂ ਕਰਮਾਤੀਤ ਅਵਸਥਾ ਨੂੰ ਪਾਓਗੇ ਤਦ ਲੜਾਈ ਵੀ ਸ਼ੁਰੂ ਹੋ ਜਾਵੇਗੀ। ਦਿਨ ਪ੍ਰਤੀ ਦਿਨ ਆਵਾਜ਼ ਹੁੰਦਾ ਜਾਵੇਗਾ, ਮੌਤ ਤੋਂ ਡਰਨਗੇ। ਬਾਪ ਕਹਿੰਦੇ ਨੇ ਇਹ ਗਿਆਨ ਸਭ ਦੇ ਲਈ ਹੈ। ਸਿਰਫ ਬਾਪ ਦਾ ਪਰਿਚੈ ਦੇਣਾ ਹੈ। ਅਸੀਂ ਆਤਮਾਵਾਂ ਸਭ ਭਰਾ ਭਰਾ ਹਾਂ। ਸਭ ਇੱਕ ਬਾਪ ਨੂੰ ਯਾਦ ਕਰਦੇ ਹਾਂ। ਗੋਡਫਾਦਰ ਕਹਿੰਦੇ ਨੇ ਕਰਕੇ ਕੋਈ ਨੇਚਰ ਨੂੰ ਮੰਨਣ ਵਾਲੇ ਹੁੰਦੇ ਨੇ, ਪਰ ਗੋਡ ਤਾਂ ਹੈ ਨਾ। ਉਹਨਾਂ ਨੂੰ ਯਾਦ ਕਰਦੇ ਨੇ ਮੁਕਤੀ, ਜੀਵਨ ਮੁਕਤੀ ਦੇ ਲਈ। ਮੋਕਸ਼ ਤਾਂ ਹੈ ਹੀ ਨਹੀਂ। ਵਰਡ ਦੀ ਹਿਸਟਰੀ ਜੀਓਗ੍ਰਾਫੀ ਨੂੰ ਰਿਪੀਟ ਕਰਨਾ ਹੈ। ਬੁੱਧੀ ਵੀ ਕਹਿੰਦੀ ਹੈ ਜਦੋਂ ਸਤਜੁਗ ਸੀ ਤਾਂ ਇੱਕ ਹੀ ਭਾਰਤ ਸੀ। ਮਨੁੱਖ ਤਾਂ ਕੁਝ ਵੀ ਨਹੀਂ ਜਾਣਦੇ। ਇਹਨਾਂ ਲਕਸ਼ਮੀ ਨਾਰਾਇਣ ਦਾ ਰਾਜ ਸੀ ਨਾ। ਲੱਖਾਂ ਵਰਿਆਂ ਦੀ ਗੱਲ ਹੋ ਨਾ ਸਕੇ। ਲੱਖਾਂ ਵਰੇ ਹੁੰਦੇ ਤਾਂ ਕਿੰਨੀ ਢੇਰ ਸੰਖਿਆ ਹੋ ਜਾਂਦੀ। ਬਾਪ ਕਹਿੰਦੇ ਨੇ ਹੁਣ ਕਲਯੁਗ ਪੂਰਾ ਹੋ, ਸਤਜੁਗ ਦੀ ਸਥਾਪਨਾ ਹੋ ਰਹੀ ਹੈ। ਉਹ ਸਮਝਦੇ ਨੇ ਕਲਯੁਗ ਤਾਂ ਅਜੇ ਬੱਚਾ ਹੈ। ਐਨੇ 1000 ਵਰੇ ਦੀ ਉਮਰ ਪਈ ਹੈ। ਤੁਸੀਂ ਬੱਚੇ ਜਾਣਦੇ ਹੋ ਇਹ ਪੂਰਾ ਕਲਪ ਹੀ ਹੈ 5000 ਵਰੇ ਦਾ। ਭਾਰਤ ਵਿੱਚ ਹੀ ਇਹ ਸਥਾਪਨਾ ਹੋ ਰਹੀ ਹੈ। ਭਾਰਤ ਹੀ ਹੁਣ ਸਵਰਗ ਬਣ ਰਿਹਾ ਹੈ। ਹੁਣ ਅਸੀਂ ਸ਼੍ਰੀਮਤ ਤੇ ਇਹ ਰਾਜ ਸਥਾਪਨ ਕਰ ਰਹੇ ਹਾਂ। ਹੁਣ ਬਾਪ ਕਹਿੰਦੇ ਨੇ ਮਮੇਕਮ ਯਾਦ ਕਰੋ। ਪਹਿਲੇ ਪਹਿਲੇ ਸ਼ਬਦ ਹੀ ਇਹੀ ਦਿਓ। ਜਦੋਂ ਤੱਕ ਬਾਪ ਦਾ ਨਿਸ਼ਚੈ ਨਹੀਂ ਹੋਵੇਗਾ ਉਦੋਂ ਤੱਕ ਪ੍ਰਸ਼ਨ ਪੁੱਛਦੇ ਰਹਿਣਗੇ। ਫਿਰ ਕੋਈ ਗੱਲ ਦਾ ਉੱਤਰ ਨਹੀਂ ਮਿਲੇਗਾ ਤਾਂ ਸਮਝਣਗੇ ਇਹ ਤਾਂ ਕੁਝ ਵੀ ਨਹੀਂ ਜਾਣਦੇ। ਕਹਿੰਦੇ ਨੇ ਭਗਵਾਨ ਸਾਨੂੰ ਪੜ੍ਹਾਉਂਦੇ ਨੇ। ਇਸ ਲਈ ਪਹਿਲੇ ਪਹਿਲੇ ਤਾਂ ਇੱਕ ਗੱਲ ਤੇ ਠਹਿਰ ਜਾਓ। ਪਹਿਲੇ ਬਾਪ ਦਾ ਨਿਸ਼ਚੈ ਕਰੋ ਕਿ ਬਰੋਬਰ ਸਾਡੀ ਆਤਮਾਵਾਂ ਦਾ ਬਾਪ ਉਹ ਇੱਕ ਹੈ। ਉਹ ਹੈ ਰਚਤਾ। ਜ਼ਰੂਰ ਸੰਗਮ ਤੇ ਹੀ ਆਉਣਗੇ। ਬਾਪ ਕਹਿੰਦੇ ਨੇ ਮੈਂ ਯੁਗੇ ਯੁਗੇ ਨਹੀਂ ਕਲਪ ਦੇ ਸੰਗਮ ਯੁਗ ਤੇ ਆਉਂਦਾ ਹਾਂ। ਮੈਂ ਹਾਂ ਨਵੀਂ ਸ੍ਰਿਸ਼ਟੀ ਦਾ ਰਚਤਾ। ਵਿਚਕਾਰ ਮੈਂ ਕਿਵੇਂ ਆਵਾਂਗਾ? ਮੈਂ ਆਉਂਦਾ ਹੀ ਹਾਂ ਪੁਰਾਣੀ ਤੇ ਨਵੀਂ ਦੁਨੀਆ ਦੇ ਵਿਚਕਾਰ। ਇਹਨਾਂ ਨੂੰ ਪੁਰਸ਼ੋਤਮ ਸੰਗਮ ਯੁਗ ਕਿਹਾ ਜਾਂਦਾ ਹੈ। ਤੁਸੀਂ ਪੁਰਸ਼ੋਤਮ ਵੀ ਇੱਥੇ ਬੰਦੇ ਹੋ। ਲਕਸ਼ਮੀ ਨਾਰਾਇਣ ਸਭ ਤੋਂ ਪੁਰਸ਼ੋਤਮ ਨੇ। ਏਮ ਆਬਜੈਕਟ ਕਿੰਨੀ ਸਹਿਜ ਹੈ। ਸਭ ਨੂੰ ਬੋਲੋ ਸਥਾਪਨਾ ਹੋ ਰਹੀ ਹੈ। ਬਾਬਾ ਨੇ ਕਿਹਾ ਪੁਰਸ਼ੋਤਮ ਅੱਖਰ ਜ਼ਰੂਰ ਪਾਓ, ਕਿਉਂਕਿ ਇੱਥੇ ਤੁਸੀਂ ਕਨਿਸ਼ਟ ਤੋਂ ਪੁਰਸ਼ੋਤਮ ਬੰਦੇ ਹੋ। ਐਵੇਂ ਐਵੇਂ ਦੀਆਂ ਮੁੱਖ ਗੱਲਾਂ ਭੁੱਲਣੀਆਂ ਨਹੀਂ ਚਾਹੀਦੀਆਂ। ਸੰਵਤ ਦੀ ਤਾਰੀਖ ਵੀ ਜ਼ਰੂਰ ਲਿਖਣੀ ਚਾਹੀਦੀ ਹੈ। ਇੱਥੇ ਤੁਹਾਡੀ ਪਹਿਲੇ ਤੋਂ ਰਜਾਈ ਸ਼ੁਰੂ ਹੋ ਜਾਂਦੀ ਹੈ। ਹੋਰਾਂ ਦੀ ਰਜਾਈ ਪਹਿਲੇ ਤੋਂ ਨਹੀਂ ਹੁੰਦੀ। ਉਹ ਤਾਂ ਧਰਮ ਸਥਾਪਕ ਆਉਂਦੇ ਨੇ। ਉਹਨਾਂ ਦੇ ਪਿੱਛੇ ਉਹਨਾਂ ਦੇ ਧਰਮ ਦੀ ਵ੍ਰਿੱਤੀ ਹੋਵੇ। ਕਰੋੜੋਂ ਬਣਨ ਉਦੋਂ ਰਜਾਈ ਚੱਲੇ। ਤੁਹਾਡੀ ਤਾਂ ਸ਼ੁਰੂ ਤੋਂ ਹੀ ਸਤਜੁਗ ਵਿੱਚ ਰਜਾਈ ਹੋਵੇਗੀ। ਇਹ ਕਿਸੇ ਨੂੰ ਵੀ ਬੁੱਧੀ ਵਿੱਚ ਨਹੀਂ ਆਂਦਾ।
ਕਿ ਸਤਜੁਗ ਵਿੱਚ ਐਨੀ ਰਾਜਾਈ ਕਿੱਥੋਂ ਆਈ। ਕਲਯੁਗ ਅੰਤ ਵਿੱਚ ਐਨੇ ਢੇਰ ਧਰਮ ਨੇ, ਫਿਰ ਸਤਜੁਗ ਵਿੱਚ ਇੱਕ ਧਰਮ ਇੱਕ ਰਾਜ ਕਿਵੇਂ ਹੋਇਆ। ਕਿੰਨੇ ਹੀਰੇ ਜਵਾਹਰਾਤਾਂ ਦੇ ਮਹਿਲ ਨੇ। ਭਾਰਤ ਅਜਿਹਾ ਸੀ ਜਿਸ ਨੂੰ ਪੈਰਾਡਾਈਸ ਕਹਿੰਦੇ ਸੀ। 5000 ਵਰ੍ਹੇ ਦੀ ਗੱਲ ਹੈ। ਲੱਖਾਂ ਵਰ੍ਹਿਆਂ ਦਾ ਹਿਸਾਬ ਕਿੱਥੋਂ ਆਇਆ। ਮਨੁੱਖ ਕਿੰਨੇ ਮੂੰਝੇ ਹੋਏ ਨੇ। ਹੁਣ ਉਹਨਾਂ ਨੂੰ ਕੌਣ ਸਮਝਾਵੇ। ਉਹ ਸਮਝਦੇ ਥੋੜ੍ਹੀ ਨੇ ਕਿ ਅਸੀਂ ਆਸੁਰੀ ਰਾਜ ਵਿੱਚ ਹਾਂ। ਇਹਨਾਂ ਦੇਵਤਾਵਾਂ ਦੀ ਮਹਿਮਾ ਤਾਂ ਗਾਉਂਦੇ ਨੇ ਸਰਵਗੁਣ ਸੰਪੰਨ, 16 ਕਲਾ ਸੰਪੂਰਨ, ਕਿਉਂਕਿ ਇਹਨਾਂ ਵਿੱਚ 5 ਵਿਕਾਰ ਨਹੀਂ, ਕਿਉਂਕਿ ਇਹ ਦੇਹ ਅਭਿਮਾਨੀ ਨੇ। ਤਾਂ ਬਾਪ ਕਹਿੰਦੇ ਨੇ ਮੁੱਖ ਗੱਲ ਹੈ ਯਾਦ ਦੀ। 84 ਜਨਮ ਲੈਂਦੇ ਲੈਂਦੇ ਤੁਸੀਂ ਪਤਿਤ ਬਣੇ ਹੋ, ਹੁਣ ਫਿਰ ਪਵਿੱਤਰ ਬਣਨਾ ਹੈ। ਇਹ ਡਰਾਮਾ ਦਾ ਚੱਕਰ ਹੈ। ਅੱਛਾ ਮਿੱਠੇ ਮਿੱਠੇ ਸਿੱਕਿਲ ਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ 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 ਜੀ। ਧਾਰਨਾ ਦੇ ਲਈ ਮੁੱਖ ਸਾਰ ਹੈ। ਪਹਿਲੀ ਧਾਰਨਾ ਹੈ ਗਿਆਨ ਦੇ ਤੀਜੇ ਨੇਤਰ ਨੂੰ ਧਾਰਨ ਕਰ ਆਪਣੀ ਧੋਖੇਬਾਜ਼ ਅੱਖਾਂ ਨੂੰ ਸਿਵਲ ਬਣਾਉਣਾ ਹੈ। ਯਾਦ ਨਾਲ ਹੀ ਕਰਮਿੰਦਰੀਆਂ ਸ਼ੀਤਲ ਸਤੋਗੁਣੀ ਬਣਨਗੀਆਂ। ਇਸ ਲਈ ਇਹੀ ਮਿਹਨਤ ਕਰਨੀ ਹੈ। ਦੂਜਾ, ਧੰਦੇ ਆਦਿ ਤੋਂ ਟਾਈਮ ਨਿਕਾਲ ਏਕਾਂਤ ਵਿੱਚ ਬੈਠ ਕੇ ਯਾਦ ਵਿੱਚ ਬੈਠਣਾ ਹੈ। ਕਾਰਨ ਵੇਖਣਾ ਹੈ ਸਾਡਾ ਯੋਗ ਕਿਉਂ ਨਹੀਂ ਲੱਗਦਾ। ਆਪਣਾ ਚਾਰਟ ਜ਼ਰੂਰ ਰੱਖਣਾ ਹੈ। ਵਰਦਾਨ ਹੈ ਨਿਰਣੈ ਸ਼ਕਤੀ ਤੇ ਕੰਟਰੋਲਿੰਗ ਪਾਵਰ ਦੁਆਰਾ ਹਮੇਸ਼ਾ ਸਫਲਤਾ ਮੂਰਤ ਭਵ। ਨਿਰਣੈ ਸ਼ਕਤੀ ਤੇ ਕੰਟਰੋਲਿੰਗ ਪਾਵਰ ਦੁਆਰਾ ਹਮੇਸ਼ਾ ਸਫਲਤਾ ਮੂਰਤ ਭਵ। ਕਿਸੇ ਵੀ ਲੌਕਿਕ ਜਾਂ ਅਲੌਕਿਕ ਕੰਮ ਵਿੱਚ ਸਫਲਤਾ ਪ੍ਰਾਪਤ ਕਰਨ ਦੇ ਲਈ ਵਿਸ਼ੇਸ਼ ਕੰਟਰੋਲਿੰਗ ਪਾਵਰ ਤੇ ਜੱਜਮੈਂਟ ਪਾਵਰ ਦੀ ਜ਼ਰੂਰਤ ਹੁੰਦੀ ਹੈ, ਕਿਉਂਕਿ ਜਦੋਂ ਕੋਈ ਵੀ ਆਤਮਾ ਤੁਹਾਡੇ ਸੰਪਰਕ ਵਿੱਚ ਆਉਂਦੀ ਹੈ ਤਾਂ ਪਹਿਲੇ ਜੱਜ ਕਰਨਾ ਹੁੰਦਾ ਹੈ ਕਿ ਇਸ ਨੂੰ ਕਿਸ ਚੀਜ਼ ਦੀ ਜ਼ਰੂਰਤ ਹੈ। ਨਬਜ਼ ਦੁਆਰਾ ਪਰਖ ਕਰਕੇ ਉਹਨਾਂ ਦੀ ਚਾਹਨਾ ਪ੍ਰਮਾਣ ਉਹਨਾਂ ਨੂੰ ਤ੍ਰਿਪਤ ਕਰਨਾ, ਆਪਣੀ ਕੰਟਰੋਲਿੰਗ ਪਾਵਰ ਨਾਲ ਦੂਜੇ ਤੇ ਆਪਣੀ ਅਚਲ ਸਥਿਤੀ ਦਾ ਪ੍ਰਭਾਵ ਪਾਉਣਾ, ਇਹ ਦੋਵੇਂ ਸ਼ਕਤੀਆਂ ਸੇਵਾ ਦੇ ਖੇਤਰ ਵਿੱਚ ਸਫਲਤਾ ਮੂਰਤ ਬਣਾ ਦਿੰਦੀਆਂ ਨੇ। ਸਲੋਗਨ ਹੈ ਸਰਵ ਸ਼ਕਤੀਵਾਨ ਬਾਪ ਨੂੰ ਸਾਥੀ ਬਣਾ ਲਓ ਤਾਂ ਮਾਇਆ ਪੇਪਰ ਟਾਈਗਰ ਬਣ ਜਾਏਗੀ। ਸਰਵ ਸ਼ਕਤੀਵਾਨ ਬਾਪ ਨੂੰ ਸਾਥੀ ਬਣਾ ਲਓ ਤਾਂ ਮਾਇਆ ਪੇਪਰ ਟਾਈਗਰ ਕਾਗਜ਼ ਦਾ ਸ਼ੇਰ ਬਣ ਜਾਏਗੀ। ਅੱਛਾ, ਓਮ ਸ਼ਾਂਤੀ।